ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡਾ ਨਾਲ ਰਮਨ ਬਾਜਵਾ। ਦਰਸ਼ਕੋ, ਅੱਜ ਅਸੀਂ ਕਈ ਅਹਿਮ ਮਸਲਿਆਂ ਤੇ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਗੱਲਬਾਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਰੋਮਨ ਜੀ। ਪ੍ਰੋਫੈਸਰ ਸਾਹਿਬ, ਸਾਡੀ ਪਹਿਲੀ ਖਬਰ ਹੈ ਕਿ ਖੇਤੀ ਕਾਨੂੰਨਾਂ ਬਾਬਤ ਬਣਾਈ 3 ਮੈਂਬਰੀ ਕਮੇਟੀ ਨੇ ਕੱਲ ਸੁਪਰੀਮ ਕੋਰਟ ਵਿੱਚ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਤੇ ਕੱਲ ਹੋਈਆਂ ਸਾਰਾ ਦਿਨ ਮੀਟਿੰਗਾਂ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਸ਼ਾਮਿਲ ਨਹੀਂ ਹੋਈ ਹੈ। ਨਾ ਤਾਂ ਪੰਜਾਬ ਤੋਂ ਕੋਈ ਜਥੇਬੰਦੀ ਪਹੁੰਚੀ ਤੇ ਨਾ ਹੀ ਕੋਈ ਹਰਿਆਣਾ ਤੋਂ। ਤੇ ਹੁਣ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਮਗਰੋਂ ਹੀ ਜਿਹੜੇ ਵੇਰਵੇ ਨੇ ਉਹ ਜਨਤਕ ਕੀਤੇ ਜਾਣੇ ਨੇ ਤੇ ਸੂਤਰਾਂ ਮੁਤਾਬਿਕ ਇਹ ਜੋ ਰਿਪੋਰਟ ਸੀ ਉਹ 1 ਹਫ਼ਤਾ ਪਹਿਲਾਂ ਹੀ ਸੌਂਪ ਦਿੱਤੀ ਗਈ ਸੀ, ਜਿਸ ਦੀ ਕੱਲ ਅਧਿਕਾਰੀ ਤੌਰ ਤੇ ਪੁਸ਼ਟੀ ਹੋਈ ਹੈ। ਚਲੋ ਜੋ ਵੀ ਹੈ ਉਹ ਜਿਵੇਂ ਸ਼ੁਰੂ ਹੋਈ ਸੀ ਸਾਰੀ, ਉਦੋਂ ਤੋਂ ਹੀ ਉਹਦੇ ਤੇ ਡਾਊਟਫੁਲ ਸੀਗਾ। ਪਤਾ ਨਹੀਂ ਸੁਪਰੀਮ ਕੋਰਟ ਨੇ ਕਿਉਂ ਇਸ ਕਿਸਮ ਦੀ ਕਮੇਟੀ ਬਣਾਈ। ਉਹਦੇ ਚ ਭੁਪਿੰਦਰ ਸਿੰਘ ਮਾਨ ਨੂੰ ਵੀ ਰੱਖਿਆ ਸੀ। ਆਪਾਂ ਸਾਰੇ ਜਾਣਦੇ ਹਾਂ ਕਿ ਭੁਪਿੰਦਰ ਸਿੰਘ ਮਾਨ ਕੋਈ ਐਕਟਿਵਲੀ ਇਸ ਕਿਸਾਨ ਮੋਰਚੇ 'ਚ ਕਿਤੇ ਵੀ ਨਹੀਂ ਸੀ। ਇਸੇ ਕਰਕੇ ਜਦੋਂ ਉਹਨਾਂ ਤੇ ਦਬਾਅ ਬਣਿਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਇਸ ਕਮੇਟੀ ਤੋਂ ਰਿਕਿਊਜ਼ ਕਰ ਲਿਆ, ਵਿਦਡਰਾ ਕਰ ਲਿਆ। ਅਸ਼ੋਕ ਗੁਲਾਟੀ ਇਸ ਕਮੇਟੀ ਦੇ ਮੈਂਬਰ ਆ, ਜਿਨ੍ਹਾਂ ਦਾ ਬੜਾ ਨੋਨ ਇੱਕ ਸਟਾਂਸ ਹੈਗਾ ਆ ਕਿ ਉਹ ਸਾਰੇ ਲਿਬਰਲ ਏਜੰਡੇ ਲਈ, ਆਧਾਰਵਾਦੀ ਨੀਤੀਆਂ ਲਈ ਤਰਲੋ ਮੱਛੀ ਹੁੰਦੇ ਰਹਿੰਦੇ ਆ। ਉਸੇ ਤਰੀਕੇ ਨਾਲ ਹੀ ਆਪਣੀ ਸਾਰੀ ਇਕਨੋਮਿਕਸ ਦੀ ਥਿਊਰੀ ਤੇ ਉੱਥੇ ਪ੍ਰਸਕ੍ਰਿਪਸ਼ਨ ਦਿੰਦੇ ਆ। ਇਹਦਾ ਮਤਲਬ ਹੈ ਕਿ ਉਹਨਾਂ ਦਾ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਪਹਿਲਾਂ ਹੀ ਸਟੈਂਡ ਹੈਗਾ, ਬੜਾ ਸਾਫ਼ ਸਟੈਂਡ ਹੈਗਾ। 2 ਮੈਂਬਰ ਹੋਰ ਸੀਗੇ, ਇੱਕ ਜੋਸ਼ੀ ਹੈ, ਇੱਕ ਗਲਵਾਨ। ਉਹਨਾਂ ਨੇ ਹੁਣ ਕੀ ਇਹਨਾਂ ਨੇ ਕੁੱਲ ਮਿਲਾ ਕੇ ਕੀਤਾ ਇਹ ਨਹੀਂ ਸਾਨੂੰ ਪਤਾ, ਪਰ ਜਿਹੜੀਆਂ ਐਕਟਿਵ ਕਿਸਾਨ ਜਥੇਬੰਦੀਆਂ ਇਨਵੋਲਵਡ ਹੈਗੀਆਂ ਇਸ ਸਾਰੇ ਮੂਵਮੈਂਟ ਦੇ ਵਿੱਚ, ਉਹਨਾਂ ਦੇ ਵੱਲੋਂ ਪ੍ਰੈਕਟੀਕਲੀ ਇਸ ਕਮੇਟੀ ਦਾ ਬਾਈਕਾਟ ਆ। ਭਾਵੇਂ ਉਹ ਰਾਜਸਥਾਨ ਦੇ ਯੂਨੀਅਨਾਂ ਹੈਗੀਆਂ, ਪੰਜਾਬ ਦੀਆਂ, ਹਰਿਆਣੇ ਦੀਆਂ। ਉਹਨਾਂ ਨੇ ਕਈ ਮੀਟਿੰਗਾਂ, ਪਤਾ ਨਹੀਂ 26-27 ਮੀਟਿੰਗਾਂ ਕਰਕੇ ਤੇ ਇਹ ਜਿਹੜੀ ਰਿਪੋਰਟ ਦੇ ਦਿੱਤੀ ਹੈ। ਉਸ ਦੇ ਵਿੱਚ ਜਾਣੀ ਇਹਦਾ ਮਤਲਬ ਇੱਕ ਲੰਬੇ ਦੌਰ ਦੀਆਂ ਚਰਚਾਵਾਂ ਚੱਲੀਆਂ ਹੋਣਗੀਆਂ, ਪਤਾ ਨਹੀਂ ਕੀ ਅੰਦਰ ਗੁੰਨਿਆ ਹੋਊਗਾ, ਉਹ ਗੁੰਨ ਕੇ ਫੜਾਤਾ। ਪਰ ਨਾਲ ਹੀ ਉਹਨਾਂ ਨੇ ਕੁਝ 17 ਯੂਨੀਅਨਾਂ 11 ਸੂਬਿਆਂ ਤੋਂ ਬੁਲਾਈਆਂ। ਉਹ ਹੁਣ ਯੂਨੀਅਨਾਂ ਕਿਹੋ ਜਿਹੀਆਂ ਆ, ਦਸੰਬਰ ਦੇ ਵਿੱਚ ਹੀ ਬਣ ਗਈਆਂ ਜਾਂ ਜਨਵਰੀ 'ਚ ਬਣੀਆਂ ਜਾਂ ਬਣਵਾਈਆਂ, ਜਾਂ ਉਹਨਾਂ ਦੀ ਓਪੀਨੀਅਨ ਕੀ ਸੀ, ਇਹਦਾ ਕੋਈ ਬਹੁਤਾ ਅਰਥ ਨਹੀਂ ਰਹਿੰਦਾ। ਜਿਹੜੀਆਂ ਲੜਾਈ ਕਰ ਰਹੀਆਂ ਧਿਰਾਂ ਜੇ ਉਹਦੇ 'ਚ ਸ਼ਾਮਲ ਨਹੀਂ, ਉਹਨਾਂ ਦਾ ਵਿਊ ਸ਼ਾਮਲ ਨਹੀਂ, ਤਾਂ ਇਸ ਰਿਪੋਰਟ ਨੂੰ ਜਈ ਦਿੱਤੀ ਤਈ ਨਾ ਦਿੱਤੀ। ਇਹ ਸਰਕਾਰ ਜਾਂ ਕੋਰਟਾਂ ਇਹੋ ਜਿਹਾ ਕਿਉਂ ਕੰਮ ਕਰਦੀਆਂ, ਇਹ ਤੇ ਉਹੋ ਹੀ ਜਾਣਨ। ਪਰ ਜੋ ਵੀ ਹੁਣ ਚਲੋ ਸਾਹਮਣੇ ਆਊਗਾ ਉਦੋਂ ਹੀ ਪਤਾ ਲੱਗੂਗਾ। ਅੰਦਾਜ਼ਾ ਤੇ ਸਾਨੂੰ ਇਹੋ ਹੀ ਹੈ, ਜੋ ਨੀਤੀ ਆਯੋਗ ਕਹਿ ਰਿਹਾ ਜਾਂ ਜੋ ਪ੍ਰਧਾਨ ਮੰਤਰੀ ਮਨ ਕੀ ਬਾਤ ਵਿੱਚ ਕਹਿ ਰਹੇ ਆ, ਉਹਦੇ ਤੋਂ ਅੰਦਾਜ਼ਾ ਇਹ ਲਾਉਣਾ ਕੋਈ ਡਿਫਿਕਲਟ ਨਹੀਂ ਹੈ ਕਿ ਅਸਲ 'ਚ ਇਸ ਰਿਪੋਰਟ ਦੇ ਅੰਦਰ ਵੀ ਕੀ ਹੋਊਗਾ। ਇਹੀ ਕਿ ਆਮਦਨ ਦੁੱਗਣੀ ਕਰਨੀ ਆ, ਬਿਨਾਂ ਕਾਨੂੰਨਾਂ ਤੋਂ ਆਮਦਨ ਦੁੱਗਣੀ ਨਹੀਂ ਹੋ ਸਕਦੀ। ਤੇ ਰਮੇਸ਼ ਚੰਦ ਜੀ ਨੇ ਤੇ ਸਾਫ਼ ਹੀ ਕਿਹਾ ਕਿ ਜੇ ਤੁਸੀਂ 2022 ਤੱਕ ਆਮਦਨ ਦੁੱਗਣੀ ਕਰਨੀ ਹੈ ਤੇ ਕਾਨੂੰਨਾਂ ਨੂੰ ਤੁਰੰਤ ਪ੍ਰਮਾਣਿਤ ਕਰੋ, ਫਿਰ ਸਾਡੀ ਚਾਲ ਦੇਖ ਲਓ। ਮਤਲਬ ਹੈ ਨਾ ਉਹ ਗਾਣਾ, ਮੇਰੇ ਪੈਰੋਂ ਮੈਂ ਘੁੰਗਰੂ ਬਣਾ ਦੇ। ਉਸ ਤਰ੍ਹਾਂ ਆ ਵੀ ਇੱਕ ਵਾਰੀ 3 ਕਾਨੂੰਨ ਤੁਸੀਂ ਲਾਗੂ ਕਰ ਦਿਓ, ਫਿਰ ਦੇਖੋ ਕਿ ਅਸੀਂ ਕਿਵੇਂ ਸਪੀਡ ਦੇ ਨਾਲ ਤੁਹਾਡੀ ਜੇਬ 'ਚ ਪੈਸੇ ਪਾਵਾਂਗੇ। ਇਹ ਕਿਹੜੀ ਇਕਨੋਮਿਕਸ ਆ, ਕਿੱਥੋਂ ਅਰਥ ਵਿਵਸਥਾ ਇਹੋ ਜਿਹੀ ਸਿੱਖਿਆ, ਕਿਹੜਾ ਤਰੀਕਾ ਸਿੱਖਿਆ? ਤੁਸੀਂ ਸਾਫ਼-ਸਾਫ਼ ਕਹੋ ਕਿ ਅਸੀਂ ਕਿਸਾਨਾਂ ਦੇ ਕਾਰੋਬਾਰ ਦੇ ਉੱਤੇ ਕਾਰਪੋਰੇਟਾਂ ਦੇ ਕਬਜ਼ੇ ਕਰਾਉਣੇ, ਕਹਿ ਦਿਓ। ਫਿਰ ਆਪੇ ਇੰਨੀ ਤੇ ਇਮਾਨਦਾਰੀ ਹੋਣੀ ਚਾਹੀਦੀ ਹੈ। ਜੋ ਇਕਨੋਮਿਕਸ ਸਾਨੂੰ ਦਿਖਦੀ ਹੈ, ਹੋਰ ਅਰਥ ਵਿਗਿਆਨੀਆਂ ਨੂੰ ਦਿਖਦੀ ਹੈ, ਜਿਹੜੇ ਫਾਰਮਰ ਦੇ ਨਾਲ ਖੜੇ ਆ, ਜਿਹੜੇ ਕਿਸਾਨਾਂ ਦੇ ਲੀਡਰਾਂ ਨੂੰ ਲਗਾਤਾਰ ਦਿਖਦੀ ਆ, ਉਹ ਲਗਾਤਾਰ ਕਰਲਾ ਰਹੇ ਆ। ਉੱਥੇ ਇੰਨੀ ਐਜੀਟੇਸ਼ਨ ਹੋ ਗਈ, ਇੰਨੇ ਆਰਗੂਮੈਂਟਸ ਹੋ ਗਏ, ਮੂਵਮੈਂਟਾਂ ਹੋ ਗਈਆਂ, ਕਿਆ ਕੁਛ ਨਹੀਂ ਹੋਇਆ ਪਿਛਲੇ ਸਮੇਂ 'ਚ। ਫਿਰ ਵੀ ਪ੍ਰਣਾਲਾ ਉੱਥੇ ਦਾ ਉੱਥੇ ਹੀ। ਤੇ ਇਸ ਲਈ ਹੁਣ ਇਹ ਵੀ ਦੇਖ ਲਾਂਗੇ, ਪਰ ਕਿਸੇ ਦਾ ਵੀ ਕੋਈ ਬਹੁਤੀ ਇਸ ਗੱਲ ਦੇ ਵਿੱਚ ਰੋਮਨ ਦਿਲਚਸਪੀ ਨਹੀਂ ਕਿ ਉਸ ਰਿਪੋਰਟ ਦੇ ਅੰਦਰ ਕੀ ਲਿਖਿਆ, ਕੋਰਟ ਉਹਦੇ ਤੇ ਕੀ ਕਰਦੀ ਆ। ਕੋਰਟ ਨੂੰ ਜੋ ਕਰਨਾ ਚਾਹੀਦਾ ਸੀ, ਰਿਪੋਰਟਾਂ ਲੈਂਦੇ ਰਹਿੰਦੇ, ਕਮੇਟੀਆਂ ਬਣਾਉਂਦੇ ਰਹਿੰਦੇ। ਕੋਰਟ ਦਾ ਫਰਜ਼ ਬਣਦਾ ਸੀ 2 ਗੱਲਾਂ ਤੇ ਐਕਸ਼ਨ ਲੈਣਾ ਸਰਕਾਰ ਵਿਰੁੱਧ। ਇੱਕ ਕਿ ਜਿਹੜੀ ਰਾਜ ਸਭਾ ਦੇ ਵਿੱਚ ਵੋਟਾਂ ਡਿਵੀਜ਼ਨ ਨਹੀਂ ਹੋਈ, ਜਦਕਿ ਵਿਰੋਧੀ ਪਾਰਟੀਆਂ ਨੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਤੁਸੀਂ ਇਹ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੋਟਾਂ ਪੈਣੀਆਂ ਚਾਹੀਦੀਆਂ, ਡਿਵੀਜ਼ਨ ਆਫ ਵੋਟਸ ਕਹਿੰਦੇ ਆ, ਉਹ ਉਹਦੀ ਮੰਗ ਕੀਤੀ ਗਈ। ਦਿਸ ਇਜ਼ ਔਨ ਰਿਕਾਰਡ। ਜੇ ਕੋਈ ਨਹੀਂ ਕੀਤਾ ਜਾਂਦਾ, ਜੇ ਵਿਰੋਧੀ ਧਿਰ ਦੀਆਂ ਪਾਰਟੀਆਂ ਜਾਂ ਐਮਪੀਆਂ ਵੱਲੋਂ ਰਾਜ ਸਭਾ 'ਚ ਮੰਗ ਕੀਤੀ ਗਈ
ਤੇ ਉਹਦੇ ਬਾਵਜੂਦ ਵੀ ਨਹੀਂ ਕੀਤਾ ਗਿਆ ਉੱਥੇ ਕੋਈ ਡਿਵੀਜ਼ਨ ਆਫ ਵੋਟਸ, ਤੇ ਇਹ ਗੈਰ ਕਾਨੂੰਨੀ ਹੈ। ਇਹ ਬਿੱਲ ਸਟੈਂਡ ਹੀ ਨਹੀਂ ਕਰਦੇ। ਇਹਦੇ ਤੇ ਐਕਸ਼ਨ ਤੇ ਲੈਣਾ ਚਾਹੀਦਾ ਸੀ ਨਾ ਸਰਕਾਰ ਨੂੰ, ਕਿ ਚੱਕ ਲਓ ਭਈ ਇਹ ਕੋਈ ਕਾਨੂੰਨ ਠੀਕ ਨਹੀਂ ਹੈਗੇ, ਦੁਬਾਰਾ ਲੈ ਕੇ ਆਓ ਰਾਜ ਸਭਾ ਚ ਤੇ ਜਾਂ ਦੁਬਾਰਾ ਵੀ ਜੋ ਵੀ ਕਰਦੇ। ਦੂਸਰੀ ਗੱਲ, ਇਹ ਕਾਨੂੰਨਨ ਤੌਰ ਤੇ ਸੰਵਿਧਾਨਕ ਤੌਰ ਤੇ ਸੈਂਟਰ ਦਾ ਯੂਰਿਸਡਿਕਸ਼ਨ ਹੀ ਨਹੀਂ ਹੈ, ਉਹਨਾਂ ਦੇ ਏਰੀਏ 'ਚ ਹੀ ਨਹੀਂ ਪੈਂਦਾ। ਉਹਨਾਂ ਦੀ ਬਿਲਕੁਲ ਉਹਨਾਂ ਨੇ ਸੂਬਿਆਂ ਦੇ ਜਿਹੜੇ ਅਧਿਕਾਰ ਖੇਤਰ ਵਿੱਚ ਆ ਉੱਥੋਂ ਚੱਕ ਕੇ ਆਪ ਕਾਨੂੰਨ ਬਣਾ ਲਏ। ਇਹ ਵੀ ਇੱਕ ਗੈਰ ਕਾਨੂੰਨੀ ਗੱਲ ਆ, ਗੈਰ ਸੰਵਿਧਾਨਕ ਗੱਲ ਆ। ਇਹਦੇ ਤੇ ਵੀ ਐਕਸ਼ਨ ਲਿਆ ਜਾ ਸਕਦਾ ਸੀਗਾ। ਆਪਣੀ ਜਿਹੜੀ ਸੁਪਰੀਮ ਕੋਰਟ ਆ, ਸਾਨੂੰ ਤੇ ਉਮੀਦ ਇਹ ਸੀ ਕਿ ਜਦੋਂ ਸਰਕਾਰਾਂ ਜਾਣ ਜਾਂ ਉਹ ਆਪ ਸੂਓ ਮੋਟੋ ਆਪਣਾ ਇਹਦਾ ਐਕਸ਼ਨ ਲੈਣ, ਤੇ ਸਾਨੂੰ ਉਮੀਦ ਸੀ ਕਿ ਜੇ ਥੋੜੀ ਬਹੁਤੀ ਵੀ ਇਮਾਨਦਾਰੀ ਹੈ ਕਾਨੂੰਨ ਦੀ ਪ੍ਰੋਟੈਕਸ਼ਨ ਕਰਨ ਦੀ, ਤਾਂ ਫਿਰ ਇਹ ਸਾਡੇ ਜੱਜ ਸਾਹਿਬਾਨ ਸੁਪਰੀਮ ਕੋਰਟ ਦੇ ਨੂੰ ਬਿਲਕੁਲ ਜੀ, ਕਿਉਂਕਿ ਜਦੋਂ ਇਹ ਕਮੇਟੀ ਗਠਿਤ ਕੀਤੀ ਗਈ ਸੀ ਤਾਂ ਇਹ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਨਜ਼ਰ ਆਈ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਆਰੋਪ ਸੀ ਕਿ ਇਸ ਵਿੱਚ ਜੋ ਬੰਦੇ ਸ਼ਾਮਿਲ ਕੀਤੇ ਗਏ ਨੇ ਉਹ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਭੁਗਤ ਰਹੇ ਨੇ। ਹਾਂ ਬਿਲਕੁਲ, ਇਹੀ ਤਾਂ ਸਾਡੀ ਬੇਨਤੀ ਵੀ ਇਹੀ ਹੈ ਕਿ ਉਹ ਤੇ ਜੋ ਰਿਪੋਰਟਾਂ ਇਸ ਕਰਕੇ ਕਿਸੇ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਹੈ, ਤੇ ਕੋਰਟਾਂ ਦੇ ਜੋ ਉਮੀਦ ਸੀ ਉਹਨਾਂ ਤੇ ਕੀਤੀ ਨਹੀਂ, ਗੋਂਗਲੂਆਂ ਤੋਂ ਮਿੱਟੀ ਝਾੜਤੀ ਆ, ਟਾਲ ਮਟੋਲਾ ਕਰਤਾ। ਹੁਣ ਉਹ ਰਿਪੋਰਟ ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ। ਅਜੇ ਤੇ ਬੰਦ ਹੀ ਹੈ, ਸੀਲ ਬੰਦ ਆ, ਉਹਦੇ ਚ ਕੋਈ ਹਵਾ ਨਹੀਂ ਲੱਗੀ, ਕਿਹੜੇ ਉੱਥੇ ਹੀਰੇ ਮੋਤੀ ਕਿਰਨੇ ਆ ਉਹ ਬਾਅਦ ਚ ਦੇਖ ਲਾਂਗੇ। ਸਾਨੂੰ ਤੇ ਕੋਈ ਉਹਨਾਂ ਚ ਇੰਟਰਸਟ ਨਹੀਂ ਹੈ। ਉਹ ਜਿਨ੍ਹਾਂ ਨੇ ਇਕੱਠੇ ਕਰਨੇ ਉਹ ਜਾ ਕੇ ਜਦੋਂ ਡਿੱਗਣਗੇ ਸੀਲ ਖੁੱਲੂਗਾ ਲਿਫਾਫਾ ਤੇ ਉਹ ਇਕੱਠੇ ਕਰ ਲੈਣ। ਪਰ ਸਾਨੂੰ ਤੇ ਇਹੀ ਹੈ ਕਿ ਇਹਦੀ ਜ਼ਿਆਦਾਤਰ ਉਮੀਦ ਇਹੀ ਕੀਤੀ ਜਾਂਦੀ ਹੈ ਕਿ ਕੁਝ ਅਮੈਂਡਮੈਂਟਸ ਦੱਸੀਆਂ ਹੋਣਗੀਆਂ, ਕੁਝ ਚਰਚੇ ਕੀਤੇ ਹੋਣਗੇ, ਐਲੈਬੋਰੇਸ਼ਨ ਕੀਤੀ ਹੋਊਗੀ, ਤੇ ਅਲਟੀਮੇਟਲੀ ਜੋ ਪਹਿਲਾਂ ਰਾਜ ਸਭਾ ਤੇ ਲੋਕ ਸਭਾ 'ਚ ਪਾਸ ਹੋਇਆ ਉਸੇ ਤੇ ਮੋਹਰ ਲਾਉਣ ਵਾਲੀ ਗੱਲ ਕੀਤੀ ਹੋਊਗੀ। ਜੋ ਜਿਸ ਹਾਲਾਤਾਂ 'ਚ, ਜਿਸ ਤਰੀਕੇ ਨਾਲ, ਜਿਸ ਬੰਦਿਆਂ ਨਾਲ ਇਹ ਸਾਰਾ ਕੁਝ ਹੋਇਆ, ਉੱਥੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ। ਹਾਂਜੀ ਰੋਮ ਜੀ ਪ੍ਰੋਫੈਸਰ ਸਾਹਿਬ, ਹੋਲਾ ਮਹੱਲਾ ਜਿੱਥੇ ਪੂਰੇ ਖਾਲਸਾਈ ਸ਼ਾਨੋ ਸ਼ੌਕਤ ਜਾਹੋ ਜਲਾਲ ਨਾਲ ਸੰਪੰਨ ਹੋਇਆ, ਪਰ ਉਧਰ ਗੁਰਦੁਆਰਾ ਹਜੂਰ ਸਾਹਿਬ ਦੇ ਬਾਹਰ ਹਿੰਸਾ ਭੜਕ ਗਈ। ਉੱਥੇ ਕੁਝ ਸੰਗਤਾਂ ਤੇ ਪੁਲਿਸ ਦਰਮਿਆਨ ਟਕਰਾਅ ਦੀ ਸਥਿਤੀ ਪੈਦਾ ਹੋਈ, ਜਿਸ ਨਾਲ ਮਾਹੌਲ ਉੱਥੇ ਤਣਾਅਪੂਰਨ ਹੋ ਗਿਆ, ਤੇ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ 22 ਗ੍ਰਿਫਤਾਰੀਆਂ ਕੀਤੀਆਂ ਨੇ ਤੇ 74 ਲੋਕਾਂ ਤੇ FIR ਦਰਜ ਕੀਤੀ ਹੈ। ਤੋਂ ਮੈਨੂੰ ਇਹ ਤਾਂ ਬੜੀ ਅਫਸੋਸ ਵਾਲੀ ਗੱਲ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਦੇਖੋ ਪਹਿਲੀ ਵਾਰੀ ਆ ਬੜੇ ਲੰਮੇ ਵਕਤ ਦੇ ਬਾਅਦ, ਸਨ 84 ਤੋਂ ਬਾਅਦ, ਕਿ ਕਿਸਾਨ ਜਥੇਬੰਦੀਆਂ ਰਾਹੀਂ ਜੋ ਸਿੰਘੂ ਟਿਕਰੀ ਬਾਰਡਰ ਤੇ ਦਿੱਲੀ ਨੂੰ ਘੇਰੀ ਬੈਠੇ ਆ, ਦੇਖੋ ਛੋਟੀ ਗੱਲ ਨਹੀਂ ਹੈ। ਮੇਨ ਸ਼ਾਹਰਾਗ ਉਹਨੂੰ ਰੋਕ ਦੇਣਾ ਛੋਟੀ ਗੱਲ ਨਹੀਂ ਹੈ, ਪਰ ਲੋਕਾਂ ਦਾ ਕੋਆਪਰੇਸ਼ਨ ਆ, ਹਰਿਆਣੇ ਦੇ ਲੋਕਾਂ ਦਾ, ਦਿੱਲੀ ਦੇ ਲੋਕਾਂ ਦਾ ਸਾਥ ਹੈਗਾ, ਤਾਂ ਹੀ ਇੰਨੀ ਦੇਰ ਉੱਥੇ ਟਿਕ ਸਕੇ ਆ, ਤਾਂ ਹੀ ਇੰਨੀ ਦੇਰ ਲੋਕਾਂ ਨੇ ਇਹਨਾਂ ਦੇ ਜਿਹੜੇ ਹੋਰ ਤਕਲੀਫਾਂ ਲੋਕਾਂ ਨੂੰ ਹੋ ਰਹੀਆਂ ਉਹਨਾਂ ਨੂੰ ਬਰਦਾਸ਼ਤ ਕੀਤਾ ਆ। ਇਸ ਲਈ ਇਹ ਜਿਹੜਾ ਇੱਕ ਕਿਸਾਨੀ ਦੇ ਹੱਕ 'ਚ, ਖਾਸ ਕਰਕੇ ਪੰਜਾਬੀਅਤ ਦੇ ਹੱਕ ਵਿੱਚ ਸਾਰੇ ਦੇਸ਼ ਤੇ ਵਿਦੇਸ਼ਾਂ ਵਿੱਚ ਮਾਹੌਲ ਬਣਿਆ ਕਿ ਇਹ ਕਿਵੇਂ ਸੇਵਾ ਭਾਵਨਾ ਇਹਨਾਂ 'ਚ ਹੈਗੀ ਆ, ਕਿਵੇਂ ਤਿਆਗੀ ਹੈਗੇ ਆ, ਕਿਵੇਂ ਇੱਕ ਦੂਜੇ ਦੇ ਨਾਲ ਰਮਨ ਪਿਆਰ ਦੇ ਨਾਲ ਰਹਿੰਦੇ ਆ, ਇੱਕ ਦੂਜੇ ਦਾ ਸਤਿਕਾਰ ਕਰਦੇ ਆ, ਔਰ ਲੇਬਰ ਕੰਟਰੀਬਿਊਸ਼ਨ ਕਰਕੇ, ਜਿਹਨੂੰ ਆਪਾਂ ਲੰਗਰ ਕਹਿੰਦੇ ਆ, ਹਰ ਕਿਸਮ ਦਾ ਲੰਗਰ ਲਾ ਕੇ ਜੀਵਨ ਜੀਂਦੇ ਆ। ਇਹ ਤੇ ਇੱਕ ਦੁਨੀਆ ਹੀ ਅਲੱਗ ਹੈਗੀ ਆ, ਇਹ ਕਿਤੇ ਦੁਨੀਆ 'ਚ ਨਹੀਂ ਹੈਗੀ, ਇਹ ਪ੍ਰਥਾ ਕਿਤੇ ਨਹੀਂ ਹੈਗੀ ਕਿ ਨਾਲੇ ਤੁਸੀਂ ਆਪਣੀ ਕੁਰਬਾਨੀ ਦਿਓ, ਪੈਸੇ ਵੀ ਖਰਚੋ, ਟਾਈਮ ਵੀ ਦਿਓ, ਔਰ ਉਹਦੇ 'ਚੋਂ ਸ਼ਾਂਤੀ ਲਓ। ਜਾਣੀ ਇਹ ਤੇ ਬਹੁਤ ਹੀ ਇੱਕ ਬੇਮਿਸਾਲ ਤੇ ਜਿਹੜੀ ਇੱਕ ਵੱਡੀ ਪਲਾਂਘ ਹੈਗੀ ਆ ਅੱਜ ਦੇ ਯੁੱਗ ਦੇ ਵਿੱਚ। ਉਹਦੇ ਨਾਲ ਸਾਰੇ ਦੇਸ਼ ਦੁਨੀਆ ਦੇ ਵਿੱਚ ਸਾਡਾ ਬਹੁਤ ਵੱਡਾ ਇਮੇਜ ਗਿਆ ਕਿ ਇਹ ਜਿਹੜੇ ਕਿਸਾਨ, ਖਾਸ ਕਰਕੇ ਜਿਹੜੇ ਪੰਜਾਬੀ ਕਿਸਾਨ ਆ, ਇਹ ਤੇ ਬਿਲਕੁਲ ਇੱਕ ਅਲੱਗ ਦੁਨੀਆ, ਅਲੱਗ ਸੋਚ ਉਹਦੇ ਮਾਲਕ ਹੈਗੇ ਆ। ਜੇ ਇਹਨਾਂ ਨੂੰ ਚਾਂਸ ਦਿੱਤਾ ਜਾਏ ਤੇ ਇਹ ਸਾਰੀ ਦੁਨੀਆ ਬਹੁਤ ਹੀ ਵਧੀਆ ਢੰਗ ਦੇ ਨਾਲ ਦੁਬਾਰਾ ਇਹਨੂੰ ਰੀਆਰਗੇਨਾਈਜ਼ ਕੀਤਾ ਜਾ ਸਕਦਾ, ਨਵਾਂ ਸਮਾਜ ਦਾ ਤਾਣਾ ਬਾਣਾ ਖੜਾ ਕੀਤਾ ਜਾ ਸਕਦਾ। ਜਿਹੜਾ ਗੁਰੂ ਰਵਿਦਾਸ ਜੀ ਨੇ ਕਿਹਾ ਸੀਗਾ ਬੇਗਮਪੁਰਾ, ਹੈ ਨਾ, ਜਿੱਥੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਸਭ ਨੂੰ ਖਾਣ ਪੀਣ ਲਈ ਮਿਲੇ, ਸਭ ਨੂੰ ਛੱਤ ਮਿਲੇ, ਇਸ ਕਿਸਮ ਦਾ ਇਹ ਕੀਤਾ ਜਾ ਸਕਦਾ। ਹੁਣ ਇੱਕ ਪਾਸੇ ਤੇ ਇਹ ਆ, ਦੂਜੇ ਪਾਸੇ ਅਸੀਂ ਕਦੀ ਤੇ ਲਾਲ ਕਿਲੇ ਵੱਲ ਭੱਜ ਕੇ ਉਸ ਇਮੇਜ ਨੂੰ ਠੇਸ ਪਹੁੰਚਾਉਂਦੇ ਆ, ਕਦੀ ਅਸੀਂ ਇਹ ਜਿਹੜਾ ਨੰਦੇੜ ਸਾਹਿਬ ਦੇ ਵਿੱਚ ਹੋਇਆ, ਅਸੀਂ ਉਸ ਇਮੇਜ ਨੂੰ ਠੇਸ ਪਹੁੰਚਾ ਰਹੇ ਹਾਂ। ਕਾਰਨ ਇਹਦਾ ਮੈਂ ਇਹ ਕਹਿਣਾ ਆ ਕਿ BJP ਜਾਂ RSS ਜੋ ਵੀ ਹੈ, ਉਹਨਾਂ ਦਾ ਪਲਾਨ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ। ਉਹ ਹਿੰਦੂ ਰਾਸ਼ਟਰ ਦਾ ਉਹਨਾਂ ਦਾ ਇੱਕ ਆਪਣੀ ਚਾਹਨਾ ਆ, ਪਲਾਨ ਆ, ਬੜੀ ਦੇਰ ਦਾ ਸੁਪਨਾ ਕਿ ਇਹ ਹਿੰਦੂਆਂ ਦਾ ਦੇਸ਼ ਹੈ ਤੇ ਇੱਥੇ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਤੇ ਕਾਨਸਟੀਟਿਊਸ਼ਨ ਨੂੰ ਇੱਕ ਪਾਸੇ ਰੱਖਣਾ ਚਾਹੀਦਾ। ਬਥੇਰਾ ਹੋ ਗਿਆ ਕਾਨਸਟੀਟਿਊਸ਼ਨ, ਹੁਣ ਸਾਨੂੰ ਇਹਦੀ ਲੋੜ ਨਹੀਂ ਹੈਗੀ। ਇਸ ਕਿਸਮ ਦਾ ਉਹਨਾਂ ਦੇ ਮਨ ਦੇ ਵਿੱਚ ਮਾਨਸਿਕਤਾ ਰਹਿੰਦੀ ਹੈ।
ਫਿਰ ਆਪਾਂ ਇਹੋ ਜਿਹੇ ਕੰਮ ਕਰਕੇ ਉਸ ਮਾਨਸਿਕਤਾ ਨੂੰ ਹਵਾ ਕਿਉਂ ਦਿੰਨੇ ਆ? ਰਮਨ, ਇਹ ਤੇ ਬੜੀ ਮਾੜੀ ਗੱਲ ਹੈ ਨਾ। ਦੇਖੋ ਉੱਥੇ ਹੁਣ ਇਸ਼ੂ ਕੀ ਸੀਗਾ? ਇਸ਼ੂ ਇਹ ਸੀਗਾ ਕਿ ਇਹਨਾਂ ਨੇ ਕਿਹਾ ਜੀ ਅਸੀਂ ਇਕੱਠੇ ਹੋਣਾ, ਉਹਨਾਂ ਨੇ ਕਿਹਾ ਨਹੀਂ ਤੁਸੀਂ ਇਕੱਠੇ ਨਹੀਂ ਹੋ ਸਕਦੇ। ਇਹਨਾਂ ਨੇ ਕਿਹਾ ਜੀ ਸਾਡਾ ਤੇ ਬੜਾ ਤਗੜਾ ਧਾਰਮਿਕ ਪੁਰਬ ਹੈ, ਤੁਸੀਂ ਸਾਨੂੰ ਕਿਉਂ ਰੋਕਦੇ ਆ? ਉਹਨਾਂ ਨੇ ਕਿਹਾ ਕਿ ਤੁਸੀਂ ਫਿਰ ਇਸ ਤਰ੍ਹਾਂ ਕਰੋ ਕਿ ਗੁਰਦੁਆਰੇ ਦੇ ਅੰਦਰ ਇਕੱਠੇ ਹੋ ਜਾਓ। ਗੁਰਦੁਆਰੇ ਦੇ ਅੰਦਰ ਇਕੱਠੇ ਹੋ ਗਏ ਸਾਡੇ ਵੀਰ। ਅੰਦਰ ਇਕੱਠੇ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰ ਨਗਰ ਕੀਰਤਨ ਨਹੀਂ ਕੱਢਣਾ, ਉਹਦੇ ਨਾਲ ਸਾਨੂੰ ਦਿੱਕਤ ਆਊਗੀ, ਉਹਦੇ ਨਾਲ ਅਸੀਂ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ। ਗੁਰਦੁਆਰੇ ਸਾਹਿਬ ਦੇ ਅੰਦਰ ਕੰਗਰੀਗੇਸ਼ਨ ਕਰ ਲਓ। ਜਿਉਂ ਹੀ ਇਹਨਾਂ ਦੀ ਅੰਦਰ ਸਾਰਾ ਕੁਝ ਕੰਗਰੀਗੇਸ਼ਨ ਖਤਮ ਹੋਈ ਤਾਂ ਉੱਥੇ ਬਾਹਰ ਇਹ ਪੁਲਿਸ ਵਾਲੇ ਖੜੇ ਆ, ਇਹਨਾਂ ਨੇ ਬੈਰੀਕੇਡਿੰਗ ਕੀਤੀ ਆ। ਥੋੜੇ ਜਿਹੇ ਪੁਲਿਸ ਵਾਲੇ ਸੀ, ਇਹਨਾਂ ਨੂੰ ਕਿਹਾ ਕਿ ਇਹਨਾਂ ਨੇ, ਪੁਲਿਸ ਵਾਲਿਆਂ ਨੇ ਸੋਚਿਆ ਕਿ ਸਲਾਹ ਮਸ਼ਵਰੇ ਨਾ ਹੋਇਆ ਤੇ ਇਸ ਕਰਕੇ ਕੋਈ ਏਡੀ ਵੱਡੀ ਗੱਲ ਤੇ ਹੈ ਨਹੀਂ, ਕੋਈ ਬਹੁਤੀ ਵੱਡੀ ਫੋਰਸ ਉਸ ਕਿਸਮ ਦੀ ਸਾਰੀ ਤਿਆਰੀ ਵੀ ਕਰਕੇ ਨਹੀਂ ਆਏ। ਇਹਨਾਂ ਨੇ ਅੰਦਰੋਂ ਜੈਕਾਰੇ ਛੱਡੇ, ਬੁੱਲੇ ਸੌ ਨਿਹਾਲ ਦੇ, ਤਲਵਾਰਾਂ ਖਿੱਚੀਆਂ, ਅਲੀ ਅਲੀ ਕਰਦੇ ਪੈ ਗਏ। ਤੁਸੀਂ ਰੋਕ ਕੌਣ ਸਕਦੇ, ਕਿੱਦਾਂ ਰੋਕ ਸਕਦੇ? ਉਹ ਵੀਡੀਓ 'ਚ ਸਾਫ਼ ਨਜ਼ਰ ਆਉਂਦਾ ਕਿ ਕਿਵੇਂ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਕੀਤਾ। ਹੁਣ ਇਹ ਪੁਲਿਸ ਵਾਲੇ ਤੇ ਇੱਕ ਕਿਸਮ ਦੇ ਲਾਅ ਐਂਡ ਆਰਡਰ ਦੀ ਇਨਫੋਰਸਮੈਂਟ ਅਥਾਰਟੀ ਆ। ਸਾਡੇ ਤੇ ਵੀ ਜਦੋਂ ਭਾਰੀ ਬਣਦੀ ਅਸੀਂ ਥਾਣੇ ਹੀ ਜਾਂਦੇ ਹਾਂ, ਹੋਰ ਕਿੱਥੇ ਜਾਣਾ? ਆਪਾਂ ਪਾਕਿਸਤਾਨ ਤੇ ਨਹੀਂ ਜਾਣਾ ਕਿ ਇਮਰਾਨ ਖਾਨ ਨੂੰ ਸਾਡਾ ਜਿਹੜਾ ਇਨਸਾਫ ਕਰਾ ਦੇ। ਇਸ ਲਈ ਉਹਨਾਂ ਦੇ ਉੱਤੇ ਇਹ ਹਮਲਾ ਕਰਨਾ ਮੈਨੂੰ ਲੱਗਦਾ ਬਹੁਤ ਹੀ ਬਚਪਨਾ, ਇੱਕ ਬਹੁਤ ਹੀ ਕੀ ਉਹਦੇ ਤੇ ਲਈ ਸ਼ਬਦ ਵਰਤਾਂ, ਆਪਣੇ ਹੀ ਕਿਸਮ ਦੇ ਬੰਦੇ ਜਿਹੜੇ ਸਾਡੇ ਭਾਈਚਾਰੇ ਦੇ ਬੰਦੇ ਆ ਉਹਨਾਂ ਦੇ ਵਿਰੁੱਧ ਕਿਹੋ ਜਿਹੇ ਸ਼ਬਦ ਤੁਸੀਂ ਵਰਤ ਸਕਦੇ ਆ। ਪਰ ਇਹ ਬਿਲਕੁਲ ਨਜਾਇਜ਼, ਬਿਲਕੁਲ ਕੋਈ ਸਿੱਖੀ ਨਾਲ ਇਹਦਾ ਮੇਚ ਨਹੀਂ ਹੈਗਾ। ਕੋਈ ਇਹਦੇ 'ਚ ਸਿੱਖੀ ਦੀ ਸੇਵਾ ਨਹੀਂ ਕੀਤੀ ਅਸੀਂ, ਨਾ ਉਸ ਫਲਸਫੇ ਦੀ, ਨਾ ਉਸ ਵਿਚਾਰ ਦੀ ਕਿ ਤੁਸੀਂ ਇਹ ਕੰਮ ਜਿਹੜਾ ਕੀਤਾ। ਤਾਂ ਹੀ ਆ ਕਿ ਉਹਨਾਂ ਨੇ ਕੇਸ ਬਣਾਏ ਆ, ਕੁੱਟ ਕਟਾਪਾ ਵੀ ਹੋਊਗਾ, ਹੋਰ ਕਈ ਕੁਝ ਹੋਊਗਾ। ਗਾਂ ਤੋਂ ਪੱਕਾ ਇੱਕ ਬਲੈਮਿਸ਼ ਹੋ ਜਾਊਗਾ, ਗਾਂ ਤੋਂ ਇਹ ਬਲੈਕ ਲਿਸਟ ਹੋ ਜਾਣਗੇ, ਉਹ ਇੰਨਾ ਵੀ ਅਲਾਉ ਨਹੀਂ ਕਰਨਗੇ। ਫਿਰ ਕੀ ਕਰੋਗੇ? ਯਾਨੀ ਸਾਡੇ ਵੀਰ ਭਰਾ ਇਹ ਵੀ ਨਹੀਂ ਸੋਚਦੇ ਕਿ ਤੁਸੀਂ ਉਹਨਾਂ ਸੂਬਿਆਂ 'ਚ ਬੈਠੇ ਆ ਜਿੱਥੇ ਸ਼ਿਵ ਸੈਨਾ ਦਾ ਰਾਜ ਹੈ, ਜਿੱਥੇ ਬੀਜੇਪੀ ਤਕੜੀ ਹੈ, ਜਿੱਥੇ ਉਹ ਇਹੋ ਜਿਹੀ ਚੀਜ਼ ਚਾਹੁੰਦੇ ਆ ਕਿ ਹੋਵੇ ਤਾਂ ਕਿ ਉਹ ਆਪਣੇ ਰੈਂਕਸ ਨੂੰ ਹੋਰ ਤਕੜੇ ਕਰ ਸਕਣ ਕਿ ਇਹਨਾਂ ਦੀ ਮੰਜੀ ਠੋਕੋ। 84 ਚੇਂਜਿਸ ਦਿੱਲੀ 'ਚ ਹੋਇਆ, ਹੋਰ ਸਾਰੇ ਦੇਸ਼ 'ਚ ਹੋਇਆ। ਤੁਸੀਂ ਇਹੋ ਜਿਹੀਆਂ ਦਬਣ ਵਾਲੀ ਗੱਲ ਨਹੀਂ ਮੈਂ ਕਹਿ ਰਿਹਾ ਕਿ ਕਿਸੇ ਤੋਂ ਡਰੋ ਜਾਂ ਦਬੋ ਜਾਂ ਕਿੱਦਾਂ, ਪਰ ਜੋ ਕਾਇਦਾ ਕਾਨੂੰਨ ਹੈ ਉਹ ਤਾਂ ਸਾਰਿਆਂ ਲਈ ਹੈ, ਇਕੱਲਾ ਸਿੱਖਾਂ ਲਈ ਜਾਂ ਹੋਰਨਾਂ ਲਈ, ਮਰਾਠੀਆਂ ਲਈ ਜਾਂ ਉਹਨਾਂ ਲਈ ਥੋੜ੍ਹੀ ਹੈ। ਪਰ ਇਹ ਜਿਹੜਾ ਹਮਲਾ ਕੀਤਾ ਇਹ ਬਹੁਤ ਹੀ ਨਿੰਦਨੀय ਆ। ਇਹਦੇ ਨਾਲ ਸਾਡੇ ਜਿਹੜਾ ਇਮੇਜ ਇੰਨੀ ਮਿਹਨਤ ਦੇ ਨਾਲ ਟਿਕਰੀ ਸਿੰਘੂ ਬਾਰਡਰ ਤੇ ਅਸੀਂ ਕਾਇਮ ਕੀਤਾ, ਇੱਕ ਸਾਰੇ ਲੋਕਾਂ 'ਚ ਬੜੀ ਮਹਿਮਾ ਹੋਈ ਆ। ਉਸ ਇਹ ਬਾਰ-ਬਾਰ ਜੇ ਅਸੀਂ ਇਹੋ ਜਿਹੀਆਂ ਕੁਝ ਕਰਾਂਗੇ ਤਾਂ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ, ਦੂਜਿਆਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਰਹੇ। ਇਹ ਸਿੱਖੀ ਨਹੀਂ, ਨਾ ਸਿੱਖੀ ਮਾਰਗ ਆ। ਸਿੱਖੀ ਮਾਰਗ ਤਾਂ ਸਭ ਨੂੰ ਨਾਲ ਲੈ ਕੇ ਚੱਲਣ ਲਈ, ਸਭ 'ਚ ਪਿਆਰ ਵੰਡ ਕੇ, ਸਭ 'ਚ ਭਰੋਸਾ ਕਰਕੇ ਉਸ ਕਿਸਮ ਦਾ ਹੈ, ਸਭੇ ਸਾਂਝੀ ਵਾਲਤਾ ਵਾਲਾ। ਪਰ ਇਹ ਜਿਹੜਾ ਕੰਮ ਕੀਤਾ ਇਹ ਤੇ ਬਿਲਕੁਲ ਹੀ ਕਿਸੇ ਵੀ ਕਿਸਮ ਨਾਲ ਇਹਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਮੈਨੂੰ ਲੱਗਦਾ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਵੀ ਇਹਦੀ ਭਰਸਨਾ ਕਰਨੀ ਚਾਹੀਦੀ ਆ ਔਰ ਉੱਥੇ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਸੈਂਸੋਰ ਕਰਨਾ ਚਾਹੀਦਾ। ਹਾਂਜੀ ਪ੍ਰੋਫੈਸਰ ਸਾਹਿਬ, ਹੋਲੇ ਮਹੱਲੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਟੇਜ ਤੇ ਬੜੇ ਅਹਿਮ ਬਿਆਨ ਦਿੱਤੇ ਨੇ। ਉਹਨਾਂ ਕਿਹਾ ਹੈ ਕਿ ਜੋ ਧਰੂਵੀਕਰਨ ਹੀ ਭਾਜਪਾ ਦਾ ਧਰਮ ਹੈ, ਖੇਤੀ ਕਾਨੂੰਨਾਂ ਨੂੰ ਉਹਨਾਂ ਨੇ ਹਮਾਇਤ ਕੀਤੀ ਹੈ। ਮੈਂ ਤੇ ਖੁਦ ਇਹੀ ਗੱਲ ਕਹਿ ਰਿਹਾ। ਮੈਂ ਤੇ ਹਮੇਸ਼ਾ ਦੇਖਦਾ ਹਾਂ ਕਿ ਬਹੁਤ ਸਮਝਦਾਰੀ ਦੇ ਮੈਚੁਰ ਬਿਆਨ ਸਾਡੇ ਅਕਾਲ ਤਖਤ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਿੰਦੇ ਆ। ਉਹ ਕੋਈ ਵੀ ਗੱਲ ਜਿਹੜੀ ਹੋਵੇ ਉਸ ਨੂੰ ਉਹਨਾਂ ਨੇ ਜਾਤ ਤੇ ਮਜ਼ਹਬ ਦੀ ਰੰਗਤ ਦੇ ਹੀ ਦੇਣੀ ਆ। ਭਾਵੇਂ ਉਹ ਕੋਈ ਆਰਥਿਕ ਕ੍ਰਿਟਿਸਿਜ਼ਮ ਹੋਵੇ ਤੁਹਾਡਾ ਸਰਕਾਰ ਦਾ, ਤਾਂ ਵੀ ਕਹਿ ਦੇਣਾ ਉਹਨਾਂ ਨੇ ਉੱਥੇ ਉਹਦੇ 'ਚੋਂ ਇਹੋ ਜਿਹਾ ਫਾਨਾ ਲੱਭ ਲੈਣਾ। ਮੈਂ ਤੁਹਾਨੂੰ ਲਿਖੀਆਂ 2 ਐਗਜ਼ਾਮਪਲਾਂ ਦੇ ਕੇ ਦੱਸਦਾ ਕਿ ਕਿਵੇਂ ਉਹ ਇਸ ਗੱਲ ਨੂੰ ਸਾਰਾ ਜਿਹੜੀ ਕਨਫਰੰਟੇਸ਼ਨ ਕਿਸਾਨਾਂ ਦੀ ਆ ਉਹਨੂੰ ਜਾਤੀਗਤ ਤੇ ਧਾਰਮਿਕ ਰੰਗਤ ਦੇਣਾ ਚਾਹੁੰਦੇ ਆ। ਇੱਕ ਵਾਰੀ ਤੇ ਹਰਿਆਣੇ ਵਰਸਸ ਪੰਜਾਬ ਦੀ ਕੋਸ਼ਿਸ਼ ਕੀਤੀ SYL ਦਾ ਏਜੰਡਾ ਲਾ ਕੇ, ਫਿਰ ਇਹਨਾਂ ਨੂੰ ਕਹਿਤਾ ਇਹ ਖਾਲਿਸਤਾਨੀ ਆ ਤਾਂ ਕਿ ਬਾਕੀ ਹਿੰਦੂ ਜਿਹੜੇ ਵਿਰੋਧੀ ਹੋ ਜਾਣ, ਫਿਰ ਕਿਹਾ ਕਿ ਨਕਸਲਾਈਟ ਆ ਤਾਂ ਕਿ ਬਾਕੀ ਦੇਸ਼ ਦੇ ਲੋਕ ਜਿਹੜੇ ਆ ਨਹੀਂ ਨਕਸਲਾਈਟਾਂ ਨੂੰ ਪਸੰਦ ਕਰਦੇ ਉਹ ਇਹਨਾਂ ਦੇ ਵਿਰੁੱਧ ਹੋ ਜਾਣ। ਬਥੇਰਾ ਕੁਝ ਕੀਤਾ। ਹੁਣ ਅਖੀਰ 'ਚ ਜਿਹੜਾ ਆਹ ਸਿਸਟਮ ਇਹਨਾਂ ਨੇ ਲਿਆਂਦਾ ਕਿ ਜਿਹੜੇ ਮਲੋਟ ਵਾਲੇ ਅਰੁਣ ਦੇ MLA ਸਾਹਿਬ ਦੇ ਜਿਹੜੇ ਅਰੁਣ ਨਾਰੰਗ ਦੇ ਕੱਪੜੇ ਉਤਰੇ ਜਾਂ ਜੋ ਵੀ ਉਹਦੇ ਤੇ ਹਮਲਾ ਹੋਇਆ, ਆਪਾਂ ਸਾਰਿਆਂ ਨੇ ਉਹਦੀ ਭਰਸਨਾ ਕੀਤੀ ਹੈ। ਉਹ ਹੁਣ ਇੱਕ ਬੀਜੇਪੀ ਦਾ ਅਬੋਹਰ ਤੋਂ MLA ਜੋ ਉੱਥੇ ਜਾ ਕੇ ਮਲੋਟ 30 ਕਿਲੋਮੀਟਰ ਅਬੋਹਰ ਤੋਂ 4 ਸਾਲਾਂ ਦਾ ਜਿਹੜਾ ਕੱਚਾ ਚਿੱਠਾ ਪ੍ਰੈਸ ਕਾਨਫਰੰਸ ਰਾਹੀਂ ਕਾਂਗਰਸ ਦਾ ਨੰਗਾ ਕਰਨਾ ਚਾਹੁੰਦੇ ਸੀ। ਹੁਣ ਉੱਥੇ ਜਦੋਂ ਇਹ ਗਏ ਹੈ
ਤਾਂ ਕੁਦਰਤੀ ਹੈ ਜੋ ਪ੍ਰੋਟੈਸਟ ਹੋਇਆ ਕਿਹਨੇ ਕੀਤਾ ਕੀ ਨਹੀਂ ਕੀਤਾ ਉਹ ਤਹਿਕੀਕਾਤ ਦਾ ਮਾਮਲਾ, ਉਹ ਕਿਸਾਨ ਸੀਗੇ ਜਾਂ ਕਾਂਗਰਸੀ ਸੀਗੇ ਜਾਂ ਗੁੰਡੇ ਸੀਗੇ, ਕੌਣ ਸੀ, ਇਹ ਤੇ ਹੁਣ ਸਰਕਾਰ ਜਾਣੇ ਜਾਂ ਪੁਲਿਸ ਜਾਣੇ। ਕੀ ਫਲਸਫਾ ਜਿਹੜਾ ਉਹ ਬੈਰੀਅਰ ਨੂੰ ਤੋੜਦਾ ਤੇ ਮਾਨਵਤਾ ਨੂੰ ਜੋੜਦਾ, ਉਹਨਾਂ 'ਚ ਪਿਆਰ ਦਾ ਸੁਨੇਹਾ ਦਿੰਦਾ। ਇਹੀ ਗੱਲ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਸੋਲਿਡ ਢੰਗ ਨਾਲ ਮੈਸੇਜ ਦਿੱਤਾ। ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਵੇਂ ਬੀਜੇਪੀ ਅਲੱਗ-ਅਲੱਗ ਜਿਹੜੇ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਹੈ ਉਹਨਾਂ ਤੇ ਆਪਣੇ ਕਬਜ਼ੇ ਕਰੀ ਬੈਠੀ ਹੈ ਜਾਂ ਕਰ ਰਹੀ ਹੈ, ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ, ਭਾਵੇਂ ਕੋਰਟ ਹੋਣ, ਭਾਵੇਂ ਹੋਰ ਕਈ ਕਿਸਮ ਦੇ ਜਿਹੜੇ ਸਾਡੇ ਅਦਾਰੇ ਆ। ਜੋ ਇੱਥੋਂ ਤੱਕ ਕਿ ਤੁਸੀਂ ਦੇਖੋ ਡਿਫੈਂਸ ਦਾ ਵੀ ਇੱਕ ਚੀਫ ਆਫ ਡਿਫੈਂਸ ਸਟਾਫ ਬਣਾਤਾ, CDS ਬਣਾਤਾ ਆ ਰਾਵਤ ਜੀ, ਬਿਪਿਨ ਰਾਵਤ ਜੀ ਨੂੰ, ਉਹਨਾਂ ਦਾ ਵੀ ਜਾਣੀ ਕੇਂਦਰੀਕਰਨ ਕਰ ਲਿਆ। ਤੇ ਜਾਣੀ ਲੋਕ ਤੇ ਕਹਿੰਦੇ ਕਿ ਉਹ ਨੇੜੇ ਆ ਤੇ ਇਸ ਕਰਕੇ ਉਹਦਾ ਕੇਂਦਰੀਕਰਨ ਕੀਤਾ। ਇਹ ਸਾਰੇ ਪਾਸੇ ਹਰ ਸੱਤਾ ਦਾ ਕੇਂਦਰੀਕਰਨ ਕਰਨਾ ਔਰ ਲੋਕਾਂ ਨੂੰ ਥੱਲਿਓਂ ਆਪਸ ਵਿੱਚ ਲੜਾਉਣਾ, ਇਹ ਚਿੰਤਾ ਦਾ ਵੀ ਮਾਮਲਾ ਹੈਗਾ। ਔਰ ਜਿਹੜੇ ਵੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਜਿਹੜੇ ਪਬਲਿਕ ਫੰਡਾਂ ਚੋਂ ਖੜੇ ਹੋਏ ਆ ਉਹਦੇ ਵਿੱਚ ਕਬਜ਼ਾ ਕਰਨਾ, ਉਹਦੇ ਵਿੱਚ ਆਪਣੀ ਪੈਨੀਟ੍ਰੇਸ਼ਨ ਕਰਨੀ, ਇਹ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਸਿਨੈਰੀਓ ਹੋ ਸਕਦਾ। ਇਹਦੀ ਚਿੰਤਾ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਆਪਣੇ ਬਿਆਨ ਦੇ ਵਿੱਚ ਜ਼ਾਹਰ ਕੀਤੀ। ਹਾਂਜੀ ਰੋਮਨ ਜੀ ਪ੍ਰੋਫੈਸਰ ਸਾਹਿਬ, ਅਰੁਣ ਨਾਰੰਗ ਮਾਮਲੇ ਵਿੱਚ ਹਰਿਆਣਾ 'ਚ ਭਾਜਪਾ ਤੇ ਕਿਸਾਨ ਜਿਹੜੇ ਨੇ ਉਹ ਆਮੋ ਸਾਹਮਣੇ ਨਜ਼ਰ ਆ ਰਹੇ ਨੇ। ਪੰਜਾਬ ਵਿੱਚ ਭਾਜਪਾ ਜਿਹੜੀ ਹੈ ਕਾਂਗਰਸ ਦਾ ਵਿਰੋਧ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਉਧਰ ਹਰਿਆਣਾ ਵਿੱਚ ਕਿਸਾਨ ਜਿਹੜੇ ਨੇ ਉਹ ਭਾਜਪਾ ਦੇ ਖਿਲਾਫ ਰੋਸ ਮੁਜ਼ਾਹਰੇ ਕਰ ਰਹੇ ਨੇ। ਇਹ ਦੇਖੋ ਜੇ ਇਸ ਤਰ੍ਹਾਂ ਹੀ ਚੱਲਿਆ ਤੇ ਇਹ ਮੈਨੂੰ ਲੱਗਦਾ ਸਾਡੇ ਨਾ ਸਿਚੁਏਸ਼ਨ ਕੰਟਰੋਲ ਚੋਂ ਕਿਤੇ ਬਾਹਰ ਨਾ ਚਲੇ ਜਾਏ। ਇਹ ਲਗਾਤਾਰ ਹੋ ਰਿਹਾ ਸਾਨੂੰ। ਹਾਂ, ਇੱਕ ਪਾਸੇ ਤੇ ਅੜੀਅਲ ਵਤੀਰਾ ਨੀਤੀਯੋਗ ਨੇ ਜੋ ਬਿਆਨ ਦਿੱਤਾ ਜਾਂ ਜੋ ਮਿਨਿਸਟਰ ਸਾਹਿਬਾਨ ਕਹਿ ਰਹੇ ਆ, ਹੁਣ ਇਹ ਰਿਪੋਰਟ ਵੀ ਆ ਗਈ ਆ, ਸੁਪਰੀਮ ਕੋਰਟ 'ਚ ਵੀ ਸਬਮਿਟ ਹੋ ਗਈ ਐਕਸਪਰਟਾਂ ਦੀ, ਦੇਖਦੇ ਕੀ ਕਰਦੇ ਆ। ਇਹ ਜਿਹੜੀ ਲਗਾਤਾਰ ਖੜੋਤ ਆ ਜਾਂ ਬੇਗਾਨਗੀ ਦਾ ਜਿਹੜਾ ਅਹਿਸਾਸ ਮੂਵਮੈਂਟਸ ਦੇ ਲੀਡਰਾਂ ਨੂੰ ਦਿਵਾਉਣਾ, ਉਹ ਠੀਕ ਨਹੀਂ ਹੈਗਾ। ਉਹਦੇ 'ਚ ਲੋਕਾਂ 'ਚ ਜਿੱਥੇ ਇੱਕ ਨਿਰਾਸ਼ਾ ਆ ਉੱਥੇ ਇੱਕ ਗੁੱਸਾ ਵੀ ਆ, ਔਰ ਗੁੱਸਾ ਜਿਹੜਾ ਉਹ ਅਲੱਗ-ਅਲੱਗ ਰੂਪ 'ਚ ਫੜਦਾ। ਫਿਰ ਉਹਨੂੰ ਤੁਸੀਂ ਉਹਦੇ ਤੇ ਰਾਜਨੀਤੀ ਕਰਨੀ ਆ ਤੇ ਕਰੀ ਚੱਲੋ। ਹੁਣ ਇਹ ਕਿਸਾਨਾਂ ਨੇ ਕੀਤਾ ਜਾਂ ਕਾਂਗਰਸ ਨੇ ਕੀਤਾ, ਤੁਸੀਂ ਕਿਉਂ ਨਹੀਂ ਸਾਹਮਣੇ ਲੈ ਕੇ ਆਉਂਦੇ? ਕਿਹੜੇ ਕਾਂਗਰਸੀ ਲੀਡਰ ਆ ਤੁਸੀਂ ਦੱਸੋ ਨਾ ਵੀ ਆਹ ਕਾਂਗਰਸੀ ਲੀਡਰ ਹੈਗੇ ਆ, ਇਹ ਕਿਸਾਨ ਨਹੀਂ ਹੈਗੇ। ਖਬਰਾਂ 'ਚ ਜੋ ਆ ਰਿਹਾ ਇੱਕ ਪਾਸੇ ਕਿ ਉਹ ਸਿੱਧੂਪੁਰ ਯੂਨੀਅਨ ਦੇ ਕੁਝ ਬੰਦੇ ਹੈਗੇ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੋਏ ਆ, ਤੇ ਇਹਦਾ ਮਤਲਬ ਉਹ ਤੇ ਕਾਂਗਰਸ ਦੇ ਬੰਦੇ ਨਹੀਂ ਹੈਗੇ। ਸਵਾਲ ਇੰਨਾ ਹੀ ਹੈ ਕਿ ਆਪਾਂ ਕਨਫਰੰਟੇਸ਼ਨਲ ਸਿਚੁਏਸ਼ਨ ਜਿਹੜੀ ਆਏ ਦਿਨ ਵੱਧਦੀ ਜਾ ਰਹੀ ਆ ਉਸ ਨੂੰ ਬਣਾਉਣ ਤੋਂ ਟਾਲੀਏ। ਬੀਜੇਪੀ ਕਿਉਂਕਿ ਹੁਣ ਲੋਕਾਂ ਦੇ ਮਨਾਂ ਤੋਂ ਉੱਤਰ ਗਈ ਆ, ਉਹ ਆਪਣੀ ਖੁਸ਼ੀ ਜ਼ਮੀਨ ਨੂੰ ਹਾਸਲ ਕਰਨ ਲਈ ਕਦੀ ਪੁਤਲੇ ਸਾੜ ਰਹੀ ਆ, ਕਦੀ ਕਾਂਗਰਸ ਦਾ ਨਾਂ ਲੈ ਰਹੀ ਆ, ਕਦੀ ਕਨਫਰੰਟੇਸ਼ਨਲ ਪੋਲਿਟਿਕਸ ਕਰ ਰਹੀ ਆ, ਤਾਂ ਕਿ ਉਹਦੇ ਨਾਲ ਜਿਹੜੀ ਉਹਨਾਂ ਦੀ ਹੋਂਦ ਆ ਉਹ ਦੁਬਾਰਾ ਕਾਇਮ ਹੋ ਜਾਏ। ਕਿਉਂਕਿ ਜੇ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋਊਗਾ ਜਾਂ ਕਿਸੇ ਕਿਸਮ ਦੀ ਵੀ ਹੋਰ ਟਾਕਰੇ ਵਾਲੀ ਸਿਚੁਏਸ਼ਨ ਹੁੰਦੀ ਹੈ ਤਾਂ ਬੀਜੇਪੀ ਨੂੰ ਲੱਗਦਾ, ਕਿਉਂਕਿ ਸੱਤਾ ਉਹਨਾਂ ਦੇ ਹੱਥ 'ਚ ਆ, ਖਾਸ ਕਰ ਹਰਿਆਣੇ ਯੂਪੀ 'ਚ ਤੇ ਹੈ ਹੀ ਹੈ ਔਰ ਦਿੱਲੀ 'ਚ ਵੀ ਹੈ ਹੀ ਹੈ, ਉਹ ਫਿਰ ਆਪਣੀ ਸੱਤਾ ਦਾ ਦੁਰਵਰਤੋਂ ਕਰਕੇ ਕਿਸਾਨਾਂ ਨੂੰ ਦਬਾਉਣ ਲਈ, ਉਹਨਾਂ ਦੀ ਮੂਵਮੈਂਟ ਤੋਂ ਉਹਨਾਂ ਨੂੰ ਦੂਜੇ ਪਾਸੇ ਤੋਰਨ ਲਈ ਉਹਨਾਂ ਨੂੰ ਇੱਕ ਕਾਫੀ ਸੁਨਹਿਰੀ ਮੌਕਾ ਮਿਲੂਗਾ। ਇਸੇ ਕਰਕੇ ਚੜੂਨੀ ਸਾਹਿਬ ਨੇ, ਗੁਰਨਾਮ ਸਿੰਘ ਚੜੂਨੀ ਜਿਹੜੇ ਐਕਟਿਵ ਲੀਡਰ ਹੈਗੇ ਆ ਹਰਿਆਣੇ ਤੋਂ ਕਿਸਾਨ ਯੂਨੀਅਨਾਂ ਦੇ, ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਆਪਾਂ ਨੂੰ ਇਹੋ ਜਿਹੀ ਕੋਈ ਟਾਕਰੇ ਵਾਲੀ ਪ੍ਰਸਥਿਤੀ ਤੋਂ ਬਚਣਾ ਚਾਹੀਦਾ। ਜੇ ਕੋਈ ਬੀਜੇਪੀ ਵਾਲੇ ਆਪਣੇ ਪੁਤਲੇ ਸਾੜਨ ਦਿਓ, ਉਹਨਾਂ ਦਾ ਵੀ ਹੱਕ ਹੈਗਾ। ਬਿਲਕੁਲ ਜੀ, ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਸ਼ਾਂਤੀ ਤੇ ਸੰਜਮ ਨਾਲ ਕੰਮ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਨਹੀਂ ਬਿਲਕੁਲ ਠੀਕ ਹੈਗਾ। ਨਹੀਂ ਤੇ ਜੇ ਆਪਾਂ ਉਸ ਇੰਨੇ ਚਿਰ ਸ਼ਾਂਤੀ ਨਾਲ ਇੰਨਾ ਪੁਰਅਮਨ ਆਪਾਂ ਮੁਜ਼ਾਹਰੇ ਕਰਕੇ ਇੰਨਾ ਕੁਝ ਖੱਟਿਆ ਆ, ਉਸ ਨੂੰ ਅਸੀਂ ਦਾਅ 'ਤੇ ਨਹੀਂ ਲਾ ਸਕਦੇ। ਇਸ ਲਈ ਇਹ ਜ਼ਰੂਰੀ ਹੈ ਕਿ ਸਾਡੇ ਕਿਸਾਨ ਵੀਰ ਜਦੋਂ ਵੀ ਕੋਈ ਪ੍ਰੋਟੈਸਟ ਕਰਨਾ ਉਹਦਾ ਰੂਪ ਸ਼ਾਂਤਮਈ ਹੋਵੇ, ਨਾ ਕਿ ਕੋਈ ਇਹੋ ਜਿਹਾ ਜਿਹੜਾ ਸਾਡੇ ਹੀ ਪੈਰਾਂ ਤੇ ਕੁਹਾੜੀ ਮਾਰਨ ਵਾਲਾ ਹੋਵੇ। ਰੋਮਨ ਜੀ ਪ੍ਰੋਫੈਸਰ ਸਾਹਿਬ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮ ਰੁਤਬਾ ਇਮਰਾਨ ਖਾਨ ਨੂੰ ਪਾਕਿਸਤਾਨ ਡੇ ਮੌਕੇ ਇੱਕ ਚਿੱਠੀ ਲਿਖੀ ਸੀ, ਜਿਸ ਦਾ ਜਵਾਬ ਦਿੰਦਿਆਂ ਇਮਰਾਨ ਖਾਨ ਨੇ ਕਿਹਾ ਕਿ ਕਿਸੇ ਵੀ ਗੱਲਬਾਤ ਲਈ ਸੁਖਾਵਾਂ ਮਾਹੌਲ ਜਿਹੜਾ ਉਹ ਜ਼ਰੂਰੀ ਹੈ ਤੇ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਸੁਖਾਵੇਂ ਮਾਹੌਲ ਵਿੱਚ ਹੀ ਸੰਭਵ ਹੈ। ਹਾਂ, ਪ੍ਰਧਾਨ ਮੰਤਰੀ ਜੀ ਨੂੰ ਅਸੀਂ ਇਸ ਗੱਲ ਦੀ ਸਾਡੀ ਵੱਲੋਂ ਤੇ ਮੈਂ ਘੱਟੋ ਘੱਟ ਵਧਾਈ ਦਿੰਦਾ ਕਿ ਉਹਨਾਂ ਨੇ ਇਮਰਾਨ ਖਾਨ ਨੂੰ ਚਿੱਠੀ ਲਿਖੀ, ਜਿਹਦੇ ਇੱਥੇ ਵਿਰੁੱਧ ਬੋਲ ਕੇ, ਪਾਕਿਸਤਾਨ ਦੇ ਵਿਰੁੱਧ ਬੋਲ ਕੇ ਅਸੀਂ ਇੱਥੇ ਵੋਟਾਂ ਇਕੱਠੀਆਂ ਕਰਨੀਆਂ ਹੁੰਦੀਆਂ, ਕਦੀ ਬਾਲਾਕੋਟ ਦੇ ਨਾਂ ਤੇ, ਕਦੀ ਇਹ ਕੌਣ ਆ ਜੀ ਫਲਾਨਾ ਟਮਕਾਣਾ, ਬਥੇਰੀਆਂ ਬੋਲੀਆਂ ਬੀਜੇਪੀ ਕੋਲ ਹੈਗੀਆਂ। ਪਰ ਜੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕੁਝ ਇਹੋ ਜਿਹਾ ਵਰਚਰ ਜਿਹਨੂੰ ਕਹਿੰਦੇ ਇਸ਼ਾਰਾ ਕੀਤਾ ਕਿ ਆਪਾਂ ਨੇੜੇ ਹੋਈਏ, ਤਾਂ ਇਸ ਦੀ ਲੱਖ ਵਧਾਈ ਪ੍ਰਧਾਨ ਮੰਤਰੀ ਨੂੰ, ਤੇ 2 ਲੱਖ ਵਧਾਈ ਜਿਹੜੀ ਹੈ
ਇਮਰਾਨ ਖਾਨ ਨੂੰ, ਜਿਹਨੇ ਉਹਨਾਂ ਨੇ ਵੀ ਚੰਗਾ ਰੈਸੀਪਰੋਕੇਟ ਕੀਤਾ ਕਿ ਦੇਖੋ ਜੇ ਤੁਸੀਂ ਉਹੋ ਜਿਹੇ ਹਾਲਾਤ ਪੈਦਾ ਕਰੋਗੇ, ਸਖਾਵਾਂ ਹਾਲਾਤ ਪੈਦਾ ਕਰੋਗੇ ਤੇ ਆਪਾਂ ਨੇੜੇ ਆ ਸਕਦੇ ਹਾਂ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਹਮਲਾ ਤੁਸੀਂ ਮਾਰੋ, ਥੋੜ੍ਹਾ ਜਿਹਾ ਹਮਲਾ ਅਸੀਂ ਮਾਰਦੇ ਹਾਂ। ਪਰ ਨਾਲ ਹੀ ਉਹਨਾਂ ਨੇ ਜਿਹੜੀ ਪੁਰਾਣੀ ਸਾਡੀ ਦੁੱਖ ਦੀ ਰਾਗ ਆ ਉਹਦੇ ਤੇ ਹੱਥ ਵੀ ਰੱਖਿਆ ਕਿ ਕਸ਼ਮੀਰ ਦਾ ਮਾਮਲਾ ਜਿਹੜੀ ਹਮੇਸ਼ਾ ਸਾਡੇ ਲਈ ਇੱਕ ਕੰਡੇ ਦਾ ਕੰਮ ਕਰਦੀ ਹੈ, ਸਾਡੇ ਰਿਸ਼ਤਿਆਂ ਦੇ ਵਿੱਚ ਕੰਡੇ ਦਾ ਕੰਮ ਕਰਦੀ ਹੈ, ਉਸ ਨੂੰ ਵੀ ਕਿਸੇ ਨਾ ਕਿਸੇ ਰੂਪ 'ਚ ਅਸੀਂ ਹੱਲ ਕਰੀਏ। ਹੱਲ ਕਰ ਲੈਣਾ ਚਾਹੀਦਾ ਹੈ। ਸਾਰੀਆਂ ਗੱਲਾਂ ਅਲਟੀਮੇਟਲੀ ਤੇ ਡਾਇਲਾਗ ਰਾਹੀਂ, ਵਾਰਤਾਲਾਪ ਰਾਹੀਂ ਹੱਲ ਹੁੰਦੀਆਂ। ਜਿੱਦੀਆਂ ਮਰਜ਼ੀ ਦੁਨੀਆ ਦੀਆਂ ਵੱਡੇ ਵੱਡੇ ਮਸਲੇ ਹੋਣ, ਭਾਵੇਂ ਉਹ ਦੂਜੀ ਵੱਡੀ ਸੰਸਾਰ ਜੰਗ ਸੀ, ਭਾਵੇਂ ਘਰੇਲੂ ਜੰਗ ਹੋਵੇ, ਸਾਡੀ ਆਪਣੇ ਘਰ ਦੀ ਉਹ ਗੱਲਾਂ ਬਾਤਾਂ ਰਾਹੀਂ ਹੁੰਦੀ ਹੈ, ਡੰਡਿਆਂ ਨਾਲ ਨਹੀਂ ਹੁੰਦੀ। ਇਸ ਲਈ ਪ੍ਰਧਾਨ ਮੰਤਰੀ ਜੀ ਦਾ ਇਨੀਸ਼ੀਏਟਿਵ ਦਾ ਸਾਨੂੰ ਬਹੁਤ ਸਤਿਕਾਰ ਕਰਨਾ ਚਾਹੀਦਾ। ਤੇ ਇਮਰਾਨ ਖਾਨ ਵੱਲੋਂ ਜਿਹੜਾ ਪੋਜ਼ਿਟਿਵ ਇਸ਼ਾਰਾ ਆਇਆ ਉਸ ਦਾ ਤੇ ਪੰਜਾਬ ਨੂੰ ਅਤੀ ਫਾਇਦਾ। ਅਸੀਂ ਤੇ ਚਾਹੁੰਦੇ ਹਾਂ ਕਿ ਚੰਗੇ ਰਿਲੇਸ਼ਨ ਬਣਾਓ ਤਾਂ ਕਿ ਕਰਤਾਰਪੁਰ ਦਾ ਲਾਂਘਾ ਖੁੱਲੇ, ਤਾਂ ਕਿ ਨਨਕਾਣਾ ਸਾਹਿਬ ਜਾਣ ਲਈ ਸਾਨੂੰ ਕੋਈ ਤਕਲੀਫ ਨਾ ਹੋਵੇ। ਔਰ ਸਾਡਾ ਲਾਹੌਰ ਦੇ ਪੰਜਾਬੀ, ਪਾਕਿਸਤਾਨੀ ਪੰਜਾਬੀ ਤੇ ਇੱਧਰ ਦੇ ਪੰਜਾਬੀ ਜਿਹੜਾ ਸਦੀਆਂ ਦਾ ਸਾਡਾ ਰਿਸ਼ਤਾ ਆ, ਉਹ ਦੁਬਾਰਾ ਕਿਵੇਂ ਅਸੀਂ ਉਹ ਪਿਆਰ ਸਾਡਾ ਜਾਂ ਸਤਿਕਾਰ ਜਾਂ ਆਉਣਾ ਜਾਣਾ ਕਿਵੇਂ ਵਧੇ। ਔਰ ਬਾਰਡਰ ਖੁੱਲੇ ਜਿਹਦੇ ਨਾਲ ਸਾਡੀ ਬਾਕੀ ਅਰਥ ਵਿਵਸਥਾ ਹੈ, ਜਿਹੜੇ ਕਿ ਹੁਣ ਬਾਰਡਰ ਦਾ ਵਪਾਰ ਬੰਦ ਕੀਤਾ ਹੋਇਆ, ਤਾਂ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਦਾ, ਬਹੁਤ ਸਾਰੇ ਟਰਾਂਸਪੋਰਟਰਾਂ ਨੂੰ ਕੰਮ ਮਿਲਦਾ, ਉਹ ਸਾਰੇ ਦਾ ਸਾਰਾ ਖੁੱਲ੍ਹਣਾ ਚਾਹੀਦਾ। ਪਾਕਿਸਤਾਨ ਦੇ ਵਿੱਚ ਟਮਾਟਰਾਂ, ਆਲੂਆਂ ਜਾਂ ਇਹੋ ਜਿਹੀਆਂ ਚੀਜ਼ਾਂ ਦੀ ਕਾਫੀ ਲੋੜ ਆ, ਸਾਡੇ ਇੱਥੇ ਮੰਦੀ ਪਈ ਆ, ਉਹ ਖੁੱਲ੍ਹ ਜਾਏ ਤਾਂ ਪੰਜਾਬ ਨੂੰ ਤਾਂ ਸਿੱਧਾ ਤੁਰੰਤ ਬਹੁਤ ਵੱਡਾ ਫਾਇਦਾ ਹੋਣ ਵਾਲਾ। ਇਸ ਲਈ ਬਾਰਡਰ ਦਾ ਵਪਾਰ ਵੀ ਇਸੇ ਹੀ ਕੜੀ ਦਾ ਹਿੱਸਾ ਬਣਨਾ ਚਾਹੀਦਾ। ਔਰ ਇਮਰਾਨ ਖਾਨ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ 2 ਕਦਮ ਅੱਗੇ ਆ ਕੇ ਕਿ ਆਪਾਂ ਬਾਰਡਰ ਖੋਲ੍ਹ ਕੇ ਵਪਾਰ ਦੁਬਾਰਾ ਸ਼ੁਰੂ ਕਰੀਏ ਤਾਂ ਕਿ ਪੰਜਾਬ ਨੂੰ ਕੋਈ ਨਾ ਕੋਈ ਰਾਹਤ ਮਿਲੇ। ਹਾਂਜੀ ਰੋਮਨ ਜੀ ਪ੍ਰੋਫੈਸਰ ਸਾਹਿਬ, ਉਧਰ ਕਰੋਨਾ ਸੰਕਟ ਦਾ ਬਹਾਨਾ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਦਿਅਕ ਅਦਾਰੇ ਜਿਹੜੇ ਨੇ ਦੁਬਾਰਾ ਬੰਦ ਕਰ ਦਿੱਤੇ ਗਏ ਨੇ, ਜਿਸ ਨੂੰ ਲੈ ਕੇ ਕੱਲ੍ਹ ਵਿਦਿਆਰਥੀ ਜਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਨੇ। ਪਟਿਆਲਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਦੇਰੀ ਕੀਤੇ ਵਿਦਿਅਕ ਅਦਾਰੇ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਮੈਨੂੰ ਅਜੇ ਤੱਕ ਨਹੀਂ ਸਮਝ ਆਉਂਦੀ ਕਿ ਕਰੋਨਾ ਦੀ ਜਿਹੜੀ ਬਿਮਾਰੀ ਹੈ, ਇਹ ਇੱਕ ਤੁਹਾਨੂੰ ਪਤਾ ਲਾਗ ਦੀ ਬਿਮਾਰੀ ਜਾਂ ਵਾਇਰਸ ਜਿਹੜੀ ਹੈ, ਇਹਦਾ ਦੁਨੀਆ 'ਚ ਕੋਈ ਇਲਾਜ ਨਹੀਂ। ਜਿਹੜੇ ਲੋਦੇ ਲਾ ਵੀ ਰਹੇ ਆ, ਜਿਹਨੂੰ ਵੈਕਸ ਕਹਿੰਦੇ ਜਾਂ ਵੈਕਸੀਨੇਸ਼ਨ ਕਹਿੰਦੇ ਆ, ਇਹਦਾ ਮੈਨੂੰ ਤੇ ਅਜੇ ਤੱਕ ਕੋਈ ਪ੍ਰੂਫ ਨਹੀਂ ਮਿਲਿਆ। ਇਹ ਸਾਡੀ ਇਮਿਊਨਿਟੀ ਜਾਣੀ ਸਾਨੂੰ ਕਰੋਨਾ ਹੋਣ ਤੋਂ ਬਚਾਉਣ ਲਈ 3 ਮਹੀਨੇ ਲਈ ਬਚਾਉਂਦੀ ਆ, 6 ਮਹੀਨੇ ਲਈ ਬਚਾਉਂਦੀ ਆ, 4 ਲਈ ਬਚਾਉਂਦੀ ਆ ਜਾਂ ਨਹੀਂ ਬਚਾਉਂਦੀ। ਤੁਹਾਡੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਈ ਹੋਵੇ ਤੇ ਮੈਨੂੰ ਵੀ ਦੱਸਿਓ। ਮੈਨੂੰ ਅਜੇ ਇਹ ਤੇ ਜ਼ਰੂਰ ਰੌਲਾ ਪਾਈ ਜਾਂਦੇ ਲਾ ਕੇ ਅਸੀਂ ਕਿੰਨੀ ਦੇਰ ਕਰੋਨਾ ਤੋਂ ਸੇਫ ਆ। ਤੇ ਜੇ ਕਰੋਨਾ ਸਾਨੂੰ ਹੋਣਾ ਹੀ ਆ ਤੇ ਫਿਰ ਕੋਈ ਦੂਜੇ ਨਾਲੋਂ ਨਾਲ ਉਪਾਅ ਵੀ ਕਰੋ, ਲੋਕਾਂ ਦੀ ਸਿਹਤ ਠੀਕ ਕਰੋ, ਹਸਪਤਾਲ ਠੀਕ ਕਰੋ। ਜੇ ਕਿਸੇ ਨੂੰ ਮਾੜਾ ਮੋਟਾ ਹੋਵੇ ਤੇ ਉੱਥੇ ਉਹ ਜਾ ਕੇ ਐਡਮਿਟ ਹੋ ਸਕੇ। ਤੁਸੀਂ ਜਿਹੜੀ ਅਸਲੀ ਗੱਲ ਆ ਕਰੋਨਾ ਦਾ ਮੁਕਾਬਲਾ ਕਰਨ ਲਈ ਲੋਕਾਂ ਦੀਆਂ ਸਿਹਤਾਂ ਠੀਕ ਹੋਣ, ਉਹਨਾਂ ਦੀ ਖੁਰਾਕ ਠੀਕ ਹੋਏ, ਉਹਨਾਂ ਨੂੰ ਕੰਮ ਮਿਲੇ, ਉਹ ਸਾਰਾ ਛੱਡ ਕੇ ਅੰਦਰ ਵਾੜ ਦਿਓ, ਯੂਨੀਵਰਸਿਟੀਆਂ ਬੰਦ ਕਰ ਦਿਓ, ਕਾਲਜ ਬੰਦ ਕਰ ਦਿਓ, ਸਕੂਲ ਬੰਦ ਕਰ ਦਿਓ। ਇਹ ਨਾ ਨੀਜ਼ਰਕ ਰਿਐਕਸ਼ਨ ਆ, ਬਹੁਤ ਅਤੀ ਮੰਦਭਾਗਾ। ਔਰ ਇਹਦਾ ਕੈਪਟਨ ਸਾਹਿਬ ਜੇ ਸੁਣ ਰਹੇ ਆ ਤੇ ਮੇਰੀ ਗੱਲ ਇਹ ਸਾਫ਼ ਸੁਣ ਲੈਣ। ਇਹਦਾ ਪੰਜਾਬ ਦੇ ਪੱਧਰ ਤੇ ਜੋ ਮੈਂ ਦੇਖ ਰਿਹਾ, ਬਾਕੀ ਨਹੀਂ ਮੈਨੂੰ ਪਤਾ ਇੰਡੀਆ 'ਚ ਕੀ ਹੋਊਗਾ, ਏਡਾ ਵੱਡਾ ਸਾਨੂੰ ਖਮਿਆਜਾ ਭੁਗਤਣਾ ਪਊਗਾ। ਅਸੀਂ ਇੰਨੇ ਪਛੜੇ ਹੋਏ ਹਾਂ ਪਹਿਲਾਂ ਤੇ ਹੋਰ ਕਈ ਗੁਣਾ ਹੁਣ ਨਾਲੋਂ ਪਛੜ ਜਾਵਾਂਗੇ, ਜਿਸ ਢੰਗ ਨਾਲ ਅਸੀਂ ਆਪਣੇ ਵਿਦਿਅਕ ਅਦਾਰਿਆਂ ਨੂੰ ਲਗਾਤਾਰ ਬੰਦ ਕਰਕੇ, ਬਾਰ-ਬਾਰ ਬੰਦ ਕਰਕੇ ਤਬਾਹੀ ਦੇ ਕਿਨਾਰੇ ਪਹੁੰਚ ਗਏ। ਹਾਲਤ ਮੈਂ ਤੁਹਾਨੂੰ ਕੀ ਦੱਸਾਂ ਕਿ ਅੱਜ ਹੀ ਬੱਚਿਆਂ ਦਾ ਪੇਪਰ ਜਿਹੜਾ ਆਨਲਾਈਨ ਹੋਣਾ ਸੀਗਾ, ਜਿਹੜਾ 9:30 ਵਜੇ ਯੂਨੀਵਰਸਿਟੀ ਵੱਲੋਂ ਰਿਲੀਜ਼ ਹੋਣਾ ਸੀਗਾ, ਉਹ ਤਕਰੀਬਨ 6 ਮਿੰਟ ਪਹਿਲਾਂ 10 ਵਜੇ ਤੋਂ ਪਹੁੰਚਿਆ। ਹਾਲਤ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਆ ਕਿ ਜਦੋਂ ਇੰਨਾ ਕਿਸਮ ਦਾ ਜਾਣੀ ਬੱਚੇ ਜਿਹੜੇ ਸਾਨੂੰ ਰਿਪੋਰਟਿੰਗ ਕਰ ਰਹੇ ਇਸ ਕਿਸਮ ਦੀਆਂ, ਕਿ ਇਸ ਕਿਸਮ ਦਾ ਐਡਾ ਵੱਡੇ ਪੱਧਰ ਤੇ ਹੁੰਦਾ ਕੋਈ ਜਿਹੜੀ ਬੇਨਿਯਮੀ ਜਿਹਨੂੰ ਕਹੋ ਤੁਸੀਂ ਚੱਲ ਰਹੀ ਹੈ, ਕੋਈ ਕਿਸੇ ਨੂੰ ਪੁੱਛਦਾ। ਮੈਂ ਪੁੱਛਿਆ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ, ਸਾਰਾ ਕੁਝ ਕਿਉਂ ਹੋ ਰਿਹਾ? ਕਹਿੰਦੇ ਜੀ ਕੋਈ ਕਿਸੇ ਨੂੰ ਪੁੱਛਣ ਵਾਲਾ ਹੀ ਨਹੀਂ ਹੈਗਾ। ਬੱਚੇ ਜਿਹੜੇ ਆ ਲਾਇਬ੍ਰੇਰੀ ਖੋਲ੍ਹਣ ਲਈ ਰੋਜ਼ ਮੁਜ਼ਾਹਰੇ ਕਰ ਰਹੇ, ਉੱਥੇ ਅੱਗੇ ਬੈਠੇ ਲਾਇਬ੍ਰੇਰੀ ਦੇ ਕਿ ਅਸੀਂ ਪੜ੍ਹਨਾ ਚਾਹੁੰਦੇ ਹਾਂ, ਤੁਹਾਡੀਆਂ ਜਿਹੜੀਆਂ ਕਰੋਨਾ ਦੀਆਂ ਸਾਰੀਆਂ ਕੰਡੀਸ਼ਨਾਂ ਅਸੀਂ ਪੂਰੀਆਂ ਕਰਦੇ ਹਾਂ, ਪਰ ਸਾਨੂੰ ਤੁਸੀਂ ਦੱਸੋ ਕਿ ਅਸੀਂ ਕਿਉਂ ਤੁਸੀਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਜਿਹੜੀ ਕਦੀ ਬੰਦ ਨਹੀਂ ਹੁੰਦੀ, ਸਿਵਾਏ 4 ਦਿਨ ਸਾਲ 'ਚ ਬੰਦ ਹੁੰਦੀ ਆ ਔਰ 361 ਦਿਨ ਲਾਇਬ੍ਰੇਰੀ ਖੁੱਲ੍ਹੀ ਹੁੰਦੀ, ਤੁਸੀਂ ਉਹਨੂੰ ਸਾਲ ਬੰਦ ਕਰਕੇ ਕਿਵੇਂ? ਅਸੀਂ ਬੱਚੇ ਜਿਹੜੇ ਮਤਲਬ ਪੜ੍ਹਾਈ ਖਤਮ ਕਰਤੀ ਆ, ਪ੍ਰਾਈਵੇਟ ਸਕੂਲਾਂ ਦੇ ਜਿਹੜੇ ਮਾਂ-ਬਾਪ, ਟੀਚਰ ਸਾਰੇ, ਉਹ ਇੱਕ ਦੂਜੇ ਦੇ ਲਗਾਤਾਰ ਪ੍ਰੋਟੈਸਟ ਕਰ ਰਹੇ ਆ ਕਿ ਤੁਸੀਂ ਕਿਉਂ ਬਾਰ-ਬਾਰ ਤੁਸੀਂ ਬੰਦ ਕਰਦੇ ਰਹੇ।
ਹੁਣ ਇਹਨਾਂ ਦਾ ਆਰਗੂਮੈਂਟ ਹੈ, ਪਤਾ ਨਹੀਂ ਕਿਹੜੇ ਡਾਕਟਰ ਇਹਨਾਂ ਨੂੰ ਸਲਾਹ ਦਿੰਦੇ ਆ ਕਿ ਦੇਖੋ ਜੀ ਅਸੀਂ ਤਾਂ ਕਰੋਨਾ ਰੋਕ ਰਹੇ ਹਾਂ। ਕਿੱਥੇ ਕਰੋਨਾ ਕਿੰਨਾ ਕੁ ਰੁਕ ਗਿਆ, ਕੀ ਹੈ ਤੁਹਾਡੇ ਕੋਲ ਕੋਈ ਰਿਪੋਰਟ ਹੈ ਕਿ ਕਿੰਨਾ ਕਰੋਨਾ ਤੁਸੀਂ ਸਕੂਲਾਂ ਕਾਲਜ ਬੰਦ ਕਰਕੇ ਰੋਕਿਆ, ਜਾਂ ਕਿੰਨਾ ਨੁਕਸਾਨ ਤੁਸੀਂ ਦੇਸ਼ ਦਾ, ਪੰਜਾਬੀਆਂ ਦਾ, ਨੌਜਵਾਨਾਂ ਦਾ ਇਹਨੂੰ ਬੰਦ ਕਰਕੇ ਕੀਤਾ? ਮੈਂ ਕੋਈ ਐਡਵਾਈਜ਼ ਨਹੀਂ ਕਰ ਰਿਹਾ ਕਿ ਇਹਨੂੰ ਖੋਲ ਦਿਓ ਜਾਂ ਬੰਦ ਕਰ ਦਿਓ, ਪਰ ਤੁਸੀਂ ਦਾਦਾਗਿਰੀ ਨਾਲ ਉਂਝ ਹੀ ਕੋਈ ਵੀ ਜਦੋਂ ਮਰਜ਼ੀ ਜਿਹਦਾ ਮਰਜ਼ੀ ਆਉਂਦਾ ਉਹ ਤੁਸੀਂ ਕਰੀ ਜਾਂਦੇ ਆ। ਇਸ ਤਰ੍ਹਾਂ ਬੰਦ ਕਰੋ, ਇਹਦੇ ਨਾਲ ਕੋਈ ਕਿਸੇ ਦਾ ਫਾਇਦਾ ਹੋਣ ਵਾਲਾ ਨਹੀਂ ਹੈ। ਕਰੋਨਾ ਇੱਥੇ ਤੁਰਿਆ ਫਿਰਨਾ, ਇਹਨੇ ਇੱਥੇ ਹੀ ਰਹਿਣਾ, ਇਹ ਕਿਤੇ ਨਹੀਂ ਜਾਣਾ, ਇਹਦਾ ਬੀਜ ਨਾਸ ਨਹੀਂ ਹੋ ਸਕਦਾ। ਇਹ ਇੱਕ ਦੀ ਵਾਰੀ ਸਾਰਿਆਂ ਨੂੰ ਹੋਣਾ। ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਸਿਹਤ ਵੱਲ ਖਿਆਲ ਰੱਖੋ, ਉਹਨਾਂ ਨੂੰ ਚੰਗੀਆਂ ਸਿਹਤ ਦੀਆਂ ਆਦਤਾਂ, ਖਾਣ ਦੀਆਂ ਆਦਤਾਂ, ਸੈਰ ਕਰਨ ਦੀਆਂ ਆਦਤਾਂ, ਇਹ ਸਾਰੀਆਂ ਵੱਲ ਧਿਆਨ ਦਿਓ ਤਾਂ ਕਿ ਕਰੋਨਾ ਤੁਰਿਆ ਵੀ ਫਿਰੇ ਤੇ ਉਹ ਅਸੀਂ ਉਹਨਾਂ ਨੂੰ ਜਾਣੀ ਮਖੌਲ ਕਰਕੇ ਗਾਂਹ ਚਲੇ ਜਾਈਏ ਕਰੋਨਾ ਨੂੰ। ਇਸ ਕਿਸਮ ਦੀ ਤੁਸੀਂ ਤਾਂ ਲੋਕਾਂ ਨੂੰ ਡਰਾ ਧਮਕਾ ਰਹੇ ਆ, ਕੰਮ ਸਾਰੇ ਬੰਦ ਕਰਤੇ, ਅਰਥ ਵਿਵਸਥਾ ਤਬਾਹ ਕਰਤੀ ਹੈ, ਇਹਦਾ ਕੀ ਅਰਥ ਨਿਕਲਦਾ? ਇਸ ਲਈ ਕਰੋਨਾ ਵਾਲਾ ਜਿਹੜਾ ਤਮਾਸ਼ਾ ਹੋ ਰਿਹਾ, ਇਸ ਦੀ ਬੜੀ ਕੰਟਰੋਵਰਸੀਜ਼ ਹੈਗੀ ਆ। ਉਹਦੇ ਚੋਂ ਕਿਵੇਂ ਦੇਸ਼ ਨੂੰ ਕੱਢਣਾ, ਕਿਵੇਂ ਦੇਸ਼ ਨੂੰ ਦੇਸ਼ ਦਾ ਭਲਾ ਕਰਨਾ, ਨੌਜਵਾਨਾਂ ਦਾ, ਹੋਰਨਾਂ ਸਾਰਿਆਂ ਦਾ ਭਲਾ ਕਿਵੇਂ ਕਰਨਾ, ਉਹਦੇ ਲਈ ਇੱਕ ਕੰਪਰੀਹੈਂਸਿਵ ਪਾਲਿਸੀ ਹੋਣੀ ਚਾਹੀਦੀ ਆ ਔਰ ਉਹਦੇ ਇੱਕ ਸੋਲਿਡ ਬੇਸਿਸ ਹੋਣੇ ਚਾਹੀਦੇ, ਨਾ ਕਿ ਇਹਦਾ ਪੋਲੀਟੀਕਲ ਫੈਸਲੇ ਕਰਕੇ ਕਦੀ ਇੱਧਰ ਕਰ ਦਿਓ ਕਦੀ ਉੱਧਰ ਕਰ ਦਿਓ। ਇਸ ਕਿਸਮ ਦੀਆਂ ਨੀਤੀਆਂ ਨਹੀਂ ਹੋਣੀਆਂ ਚਾਹੀਦੀਆਂ। ਰੋਮਨ, ਸੋ ਪ੍ਰੋਫੈਸਰ ਸਾਹਿਬ, ਵੇਲਾ ਪ੍ਰੋਗਰਾਮ ਦੀ ਸਮਾਪਤੀ ਵੱਲ ਹੈ, ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਰੋਮਨ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ। ਇਜਾਜ਼ਤ ਦਿਓ, ਧੰਨਵਾਦ।